ਜਿਵੇਂ ਕਿ ਪਹਿਲਾਂ ਹੀ ਬੇਨਤੀ ਕਰ ਦਿੱਤੀ ਗਈ ਹੈ ਕਿ ਜਿੱਥੇ ਸ਼ਬਦ ਵਿਚਾਰ ਹੋਈ ਹੈ ਉੱਥੇ ਹੁਣ ਕੁਝ ਸਮਾਂ ਅਸੀਂ ਜਿਸ ਨੂੰ ਅਸੀਂ ਵਿਚਾਰ ਵਟਾਂਦਰਾ ਜਾਂ ਵਿਚਾਰ ਚਰਚਾ ਕਹਿੰਦਾ ਹੈ ਉਹਦੇ ਵਾਸਤੇ ਰੱਖਿਆ ਗਿਆ ਹੈ। ਆਪ ਜੀ ਦੇ ਮਨ ਵਿੱਚ ਇਤਿਹਾਸ, ਗੁਰਬਾਣੀ ਜਾਂ ਮਰਜ਼ਾਦਾ ਦੇ ਨਾਲ ਸੰਬੰਧਿਤ ਕੋਈ ਸਵਾਲ ਹੋਵੇ ਤਾਂ ਉਸ ਨੂੰ ਇੱਥੇ ਵਿਚਾਰਿਆ ਜਾਣਾ ਹੈ। ਅਤੇ ਮੈਂ ਸੱਦਾ ਦਿੰਦਾ ਹਾਂ ਗਿਆਨੀ ਗੁਰਬਚਨ ਸਿੰਘ ਜੀ ਪਨਵਾ, ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਔਰ ਭਾਈ ਸੁਖਵਿੰਦਰ ਸਿੰਘ ਜੀ ਦਦੇਰ ਆਪ ਜੀ ਵੱਲੋਂ ਆਏ ਹੋਏ ਸਵਾਲਾਂ ਦੇ ਉੱਤੇ ਗੁਰਬਾਣੀ ਆਧਾਰਿਤ ਇੱਥੇ ਵਿਚਾਰ ਪੇਸ਼ ਕਰਨਗੇ। ਹਰ ਰੋਜ਼ ਹੀ ਇਸੇ ਤਰ੍ਹਾਂ ਸਵੇਰੇ ਸ਼ਾਮ ਲਗਾਤਾਰ ਦੀਵਾਨ ਸੱਜ ਰਹੇ ਹਨ ਅਤੇ ਸਾਡੇ ਪਾਸ ਉਹਨਾਂ ਦੀਵਾਨਾਂ ਦੇ ਵਿੱਚੋਂ ਇੱਕ ਸਵਾਲ ਮੈਂ ਇੱਥੇ ਪਹਿਲਾਂ ਰੱਖ ਦਿੰਦਾ ਹਾਂ, ਬਾਕੀ ਸਵਾਲ ਸਥਾਨਕ ਸੰਗਤ ਦੇ ਹੋਣਗੇ ਜੀ। ਪਹਿਲਾ ਸਵਾਲ ਭਾਈ ਸੁਖਵਿੰਦਰ ਸਿੰਘ ਹੋਣਾ ਵਾਸਤੇ ਹੈ ਕਿ ਗੁਰਬਾਣੀ ਪੜ੍ਹਦਿਆਂ ਹੋਇਆਂ ਸਾਡਾ ਜਿਹੜਾ ਮਨ ਹੈ ਉਹ ਟਿਕਦਾ ਨਹੀਂ। ਬਾਣੀ ਪੜ੍ਹਦਿਆਂ ਹੋਇਆਂ ਸਾਡਾ ਜਿਹੜਾ ਮਨ ਹੈ ਉਹ ਲੱਗਦਾ ਨਹੀਂ। ਕੀ ਕਾਰਨ ਹੈ ਔਰ ਇਸ ਮਨ ਨੂੰ ਕਿਵੇਂ ਟਿਕਾਇਆ ਜਾ ਸਕਦਾ ਹੈ ਜੀ? ਜਿੰਨੀ ਦੇਰ ਤੱਕ ਭਾਈ ਸੁਖਵਿੰਦਰ ਸਿੰਘ ਜੀ ਵਿਚਾਰ ਪੇਸ਼ ਕਰਦੇ ਨੇ, ਆਪ ਜੀ ਆਪਣੇ ਸਵਾਲ ਸਾਨੂੰ ਨੋਟ ਕਰਵਾ ਸਕਦੇ ਹੋ ਜੀ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜੇ ਪਿਆਰ ਨਾਲ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਸ਼੍ਰਵਣ ਕੀਤੀ ਹੈ। ਸਤਿਗੁਰੂ ਦੀ ਬਾਣੀ ਮੁਬਾਰਕ ਸ਼ਬਦਾਂ ਰਾਹੀਂ ਕੀ ਕਹਿੰਦੀ ਹੈ, ਔਰ ਵੱਖ-ਵੱਖ ਥਾਵਾਂ ਤੇ ਬੈਠੇ ਸਿੱਖ ਲੋਕ ਅੱਜ ਦੇ ਸਮੇਂ ਵਿੱਚ ਕਿਵੇਂ ਦੀ ਜ਼ਿੰਦਗੀ ਜਿਉਂਦੇ ਨੇ, ਕਿਵੇਂ ਸਾਡੇ ਸਮਾਜ ਵਿੱਚ ਗੁਰਬਾਣੀ ਤੋਂ ਉਲਟ ਜਾ ਕੇ ਬੁਰਾਈਆਂ ਘਰ ਕਰਦੀਆਂ ਜਾ ਰਹੀਆਂ ਨੇ, ਸਮਾਜ ਸਾਡਾ ਕਿਵੇਂ ਗਿਰਾਵਟ ਵੱਲ ਨੂੰ ਤੁਰਦਾ ਹੈ, ਇਹ ਸਾਰੀਆਂ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹਨ। ਸਵਾਲ ਆਇਆ ਹੈ ਕਿਉਂਕਿ ਇਹ ਸਵਾਲ ਇੱਕ ਥਾਂ ਦਾ ਨਹੀਂ, ਤਕਰੀਬਨ ਹਰੇਕ ਗੁਰਦੁਆਰੇ ਦੇ ਵਿੱਚ ਜਿੱਥੇ ਵੀ ਕੋਈ ਮਾਈ ਭਾਈ ਬਾਣੀ ਪੜ੍ਹਨ ਵਾਲੇ ਬੈਠੇ ਨੇ, ਉੱਥੋਂ ਹੀ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਅਸੀਂ ਬਾਣੀ ਪੜ੍ਹਦੇ ਹਾਂ ਪਰ ਸਾਡਾ ਮਨ ਨਹੀਂ ਟਿਕਦਾ। ਸਤਿਗੁਰੂ ਦੇ ਪਿਆਰਿਓ, ਮਨ ਟਿਕਣ ਵਾਸਤੇ, ਮਨ ਟਿਕਾਉਣ ਵਾਸਤੇ ਸਾਨੂੰ ਪਹਿਲਾਂ ਇਹ ਸਮਝਣਾ ਪਏਗਾ ਕਿ ਮਨ ਕੀ ਹੈ, ਮਨ ਦਾ ਟਿਕਾ ਕੀ ਹੈ। ਸਾਨੂੰ ਪੰਜਾਬ ਵਿੱਚ ਵਿਚਰਦਿਆਂ ਇਹ ਤਜਰਬਾ ਹੋਇਆ ਹੈ। ਇੱਥੇ ਤੁਹਾਡਾ ਸਾਨੂੰ ਕਿਉਂਕਿ ਬਹੁਤਾ ਪਤਾ ਨਹੀਂ ਹੈ, ਪਰ ਪੰਜਾਬ ਦਾ ਤਜਰਬਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਸਾਧਾਂ ਨੇ, ਡੇਰਿਆਂ ਵਾਲਿਆਂ ਨੇ ਮਨ ਟਿਕਾਉਣ ਦਾ ਜਿਹੜਾ ਤਰੀਕਾ ਹੈ ਉਹ ਗੁਰਬਾਣੀ ਤੋਂ ਉਲਟ ਜਾ ਕੇ ਆਪਣੇ ਤਰੀਕੇ ਨਾਲ ਪੇਸ਼ ਕੀਤਾ ਹੈ। ਉਹ ਕਹਿੰਦੇ ਦੇਖੋ, ਮਨ ਟਿਕਣ ਦਾ ਅਰਥ ਹੈ ਵੀ ਜਦੋਂ ਤੁਸੀਂ ਬੈਠੋ ਤੇ ਤੁਹਾਨੂੰ ਕੋਈ ਆਲੇ ਦੁਆਲੇ ਦੀ ਸਮਝ ਨਾ ਰਵੇ, ਤੁਸੀਂ ਆਲੇ ਦੁਆਲੇ ਤੋਂ ਬਿਲਕੁਲ ਟੁੱਟ ਜਾਓ, ਸ਼ਾਂਤ ਹੋ ਜਾਓ, ਤੁਹਾਡੇ 'ਚ ਕੋਈ ਵਿਚਾਰ ਨਾ ਹੋਵੇ, ਤੁਹਾਨੂੰ ਕੋਈ ਖਿਆਲ ਨਾ ਆਵੇ, ਇਹ ਮਨ ਟਿਕਣ ਦੀ ਨਿਸ਼ਾਨੀ ਹੈ। ਦੂਜੀ ਬਾਤ ਹੈ, ਮਨ ਨੂੰ ਟਿਕਾਉਣ ਲਈ ਤੁਹਾਨੂੰ ਹਨੇਰਾ ਕਰਨਾ ਚਾਹੀਦਾ ਹੈ, ਅੱਖਾਂ ਬੰਦ ਕਰਨੀਆਂ ਚਾਹੀਦੀਆਂ, ਇਕਾਂਤ ਵਿੱਚ ਬੈਠਣਾ ਚਾਹੀਦਾ ਹੈ। ਜੇ ਆਲੇ ਦੁਆਲੇ ਇਕਾਂਤ ਨਾ ਬਣਦੀ ਹੋਵੇ, ਧਰਤੀ ਵਿੱਚ ਟੋਆ ਪੁੱਟ ਕੇ ਭੋਰਾ ਬਣਾ ਕੇ ਉਹਦੇ ਵਿੱਚ ਬੈਠੋ। ਇਹ ਪੰਜਾਬ ਦੀ ਧਰਤੀ ਤੇ ਪ੍ਰਕਿਰਿਆ ਚੱਲ ਰਹੀ ਹੈ। ਜਦ ਕਿ ਜੇ ਅਸੀਂ ਧਿਆਨ ਨਾਲ ਦੇਖੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੜੇ ਪਿਆਰ ਨਾਲ ਇਹ ਬਾਤ ਸਮਝਾਉਂਦੀ, ਭਲਿਓ ਇਹ ਤਰੀਕੇ ਨਹੀਂ। ਤਰੀਕਾ ਕੀ ਹੈ? ਦੇਖੋ, ਪਿਆਰ ਨਾਲ ਬਾਣੀ ਆਖਦੀ ਹੈ, ਕੁੰਭੇ ਬੱਧਾ, ਯਾਦ ਹੋਏਗਾ ਜੀ, ਬੋਲੋ ਨਾਲ ਨਾਲ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ।
ਹੁਣ ਧਿਆਨ ਨਾਲ ਦੇਖਿਓ, ਆਪਾਂ ਮੰਨ ਲਓ ਕੋਈ ਪਿਕਚਰ ਦੇਖ ਰਹੇ ਹਾਂ, ਫਿਲਮ ਦੇਖ ਰਹੇ ਹਾਂ, ਆਪਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਪਰ ਫਿਲਮ ਅੰਗਰੇਜ਼ੀ ਦੀ ਲੱਗੀ ਹੋਈ ਹੈ, ਅੰਗਰੇਜ਼ੀ ਪਿਕਚਰ ਦੇਖ ਰਹੇ ਹਾਂ, ਆਪਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਮਨ ਟਿਕਦਾ ਉੱਥੇ? ਕਦੇ ਵੀ ਨਹੀਂ ਟਿਕਦਾ, ਕਿਉਂਕਿ ਅੱਗੋਂ ਸਮਝ ਕੁਝ ਨਹੀਂ ਆ ਰਿਹਾ। ਜਦੋਂ ਸਮਝ ਕੁਝ ਨਹੀਂ ਆ ਰਿਹਾ, ਸਾਡਾ ਮਨ ਵੀ ਨਹੀਂ ਟਿਕੇਗਾ, ਉਸੇ ਵੇਲੇ ਉਚਾਟ ਹੋ ਜਾਵਾਂਗੇ, ਉਬਾਸੀਆਂ ਆਉਣ ਲੱਗ ਜਾਣਗੀਆਂ। ਸਾਡੇ ਬਹੁਤੇ ਗੁਰਦੁਆਰਿਆਂ ਦਾ ਹਾਲ ਵੀ ਇਸ ਤਰ੍ਹਾਂ ਹੀ ਹੈ ਨਾ। ਪਾਠ ਹੋ ਰਿਹਾ ਹੋਵੇ, ਕੀਰਤਨ ਹੋ ਰਿਹਾ ਹੋਵੇ, ਤੁਸੀਂ ਘਰਾਂ 'ਚ ਅਖੰਡ ਪਾਠ ਵੇਖੋ, ਬੰਦਾ ਥੋੜੀ ਕੁ ਦੇਰ ਬੈਠਦਾ ਨਾ ਤੇ ਉਬਾਸੀਆਂ ਲੈਣੀਆਂ ਸ਼ੁਰੂ ਹੋ ਜਾਂਦਾ। ਬੈਠਣ ਲੱਗਿਆਂ ਵੀ ਉਹ ਕੰਧਾਂ ਨਾਲ ਢੋਆਂ ਲਾ ਕੇ ਤੇ ਫਿਰ ਉਹ ਅਵੇਸਲਾ ਜਿਹਾ ਹੋ ਕੇ ਬੈਠਣ ਦੀ ਕੋਸ਼ਿਸ਼ ਕਰੇਗਾ, ਭਈ ਮਤਲਬ ਕਿਤੇ ਟਾਈਮ ਪਾਸ ਹੋ ਹੀ ਜਾਏ, ਲੰਘ ਹੀ ਜਾਏ ਕਿਸੇ ਤਰ੍ਹਾਂ। ਗੁਰੂ ਪਿਆਰਿਓ, ਇਹ ਕਾਰਨ ਸਾਡੇ ਇਸ ਤਰ੍ਹਾਂ ਦੇ ਨੇ, ਤਾਂ ਸਾਨੂੰ ਬਾਣੀ ਸਮਝਣ ਵਾਸਤੇ ਸਾਡੇ ਕੋਲ ਸਮਾਂ ਨਹੀਂ ਹੈ। ਅਸੀਂ ਬਾਣੀ ਨੂੰ ਸਮਝ ਕੇ ਨਹੀਂ ਪੜ੍ਹ ਰਹੇ। ਜੇ ਅਸੀਂ ਬਾਣੀ ਨੂੰ ਸਮਝ ਕੇ ਪੜ੍ਹਨਾ ਸ਼ੁਰੂ ਕਰੀਏ ਤੇ ਮਨ ਦਾ ਟਿਕਾ ਕੀ ਹੈ? ਦੇਖੋ, ਬਾਣੀ ਨੇ ਆਖਿਆ, ਪਾਰ ਤਰੇ ਰੂਪ ਨਾ ਪੇਖੈ ਨੇਤਰ, ਆਪਣੀਆਂ ਅੱਖਾਂ ਨਾਲ ਪਰਾਇਆ ਰੂਪ ਨਹੀਂ ਵੇਖਣਾ। ਮਰਦ ਵਾਸਤੇ ਆਪਣੇ ਬਰਾਬਰ ਦੀ ਭੈਣ ਹੈ, ਆਪਣੇ ਤੋਂ ਵੱਡੀ ਮਾਂ ਹੈ, ਆਪਣੇ ਤੋਂ ਛੋਟੀ ਧੀ ਹੈ। ਇਹ ਮਰਦ ਵਾਸਤੇ। ਇਸੇ ਤਰ੍ਹਾਂ ਭੈਣਾਂ ਵਾਸਤੇ ਆਪਣੇ ਤੋਂ ਵੱਡਾ ਬਾਪ ਸਮਾਨ ਹੈ, ਬਰਾਬਰ ਦਾ ਭਰਾ ਸਮਾਨ ਹੈ, ਛੋਟਾ ਪੁੱਤਰ ਸਮਾਨ ਹੈ। ਔਰ ਜਦੋਂ ਅਸੀਂ ਇਹ ਬਾਤ ਸਤਿਗੁਰੂ ਦੀ ਬਾਣੀ ਦੀ ਵਿਆਖਿਆ ਭਾਈ ਗੁਰਦਾਸ ਜੀ ਦੇ ਕੋਲੋਂ ਲੈਂਦੇ ਹਾਂ, ਤੇ ਭਾਈ ਗੁਰਦਾਸ ਜੀ ਨੇ ਆਖਿਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਜਦੋਂ ਸਾਨੂੰ ਇਹ ਬਾਤ ਸਮਝ ਆ ਗਈ ਵੀ ਵਾਹ ਵਾਹ ਕਿਆ ਬਾਤ ਹੈ, ਸਾਨੂੰ ਸਮਾਜ ਵਿੱਚ ਇਵੇਂ ਰਹਿਣਾ ਚਾਹੀਦਾ, ਸਾਨੂੰ ਪਰਾਇਆ ਰੂਪ ਵੇਖਣ ਵਾਲੀ ਬਿਰਤੀ, ਨੀਤ ਮਾੜੀ ਰੱਖਣ ਵਾਲੀ ਬਿਰਤੀ, ਆਹ ਜਿਹੜੀ ਸਾਡੇ ਅੰਦਰ ਖੋਟ ਹੈ ਨਾ, ਇਹ ਨਹੀਂ ਰੱਖਣੀ ਚਾਹੀਦੀ। ਮੇਰਾ ਸਤਿਗੁਰੂ ਕਹਿੰਦਾ, ਸਮਝ ਲਓ ਸਾਡਾ ਮਨ ਟਿਕ ਗਿਆ। ਜਦੋਂ ਸਮਝ ਆ ਗਈ, ਮੈਂ ਨਹੀਂ ਵੇਖਣਾ। ਜਦੋਂ ਮਹਾਰਾਜ ਨੇ ਆਖਿਆ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ। ਮੈਂ ਪਰਾਇਆ ਹੱਕ ਨਹੀਂ ਖਾਣਾ, ਕੋਈ ਕਿੰਨਾ ਜ਼ੋਰ ਲਾਵੇ, ਮੈਂ ਪਰਾਇਆ ਹੱਕ ਨਹੀਂ ਖਾਣਾ, ਮੈਂ ਰਿਸ਼ਵਤ ਨਹੀਂ ਲੈਣੀ, ਮੈਂ ਝੂਠ ਨਹੀਂ ਬੋਲਣਾ। ਜਦੋਂ ਬਾਣੀ ਨੇ ਸਮਝਾਤਾ, ਵਾਹ ਬਈ, ਮੇਰੇ ਸਤਿਗੁਰੂ ਦੀ ਬਾਣੀ ਇਹ ਕਹਿੰਦੀ ਮੈਂ ਪਰਾਇਆ ਹੱਕ ਨਹੀਂ ਖਾਣਾ, ਮੈਂ ਕਿਸੇ ਨਾਲ ਧੋਖਾ ਨਹੀਂ ਕਰਨਾ, ਮੈਂ ਕਿਸੇ ਦਾ ਹੱਕ ਦੱਬਣਾ ਨਹੀਂ। ਜਦੋਂ ਇਹ ਬਾਤ ਸਮਝ ਲੱਗ ਗਈ ਤਾਂ ਗੁਰੂ ਸਵਾਰਿਓ, ਸਮਝ ਲਓ ਸਾਡਾ ਮਨ ਟਿਕ ਗਿਆ। ਮੈਂ ਰਿਸ਼ਵਤ ਲੈਣੀ ਛੱਡ ਦਿੱਤੀ, ਝੂਠ ਬੋਲਣਾ ਛੱਡ ਦਿੱਤਾ, ਬੇਈਮਾਨੀ ਕਰਨੀ ਛੱਡ ਦਿੱਤੀ। ਇਹ ਹੈ ਮਨ ਟਿਕਣ ਦੀ ਨਿਸ਼ਾਨੀ। ਜਿਹੜੀਆਂ ਗੱਲਾਂ ਸਤਿਗੁਰੂ ਮਨਾ ਕਰਦੇ ਆ, ਉਹ ਛੱਡ ਦੇਣੀਆਂ ਤੇ ਸਦਾ ਲਈ ਛੱਡ ਦੇਣੀਆਂ। ਕਿੰਨਾ ਵੀ ਮਾਹੌਲ ਉਸ ਤਰ੍ਹਾਂ ਦਾ ਹੋਵੇ, ਰਿਸ਼ਵਤ ਲੈਣ ਵਾਲਾ ਮਾਹੌਲ ਹੋਵੇ, ਝੂਠ ਬੋਲਣ ਵਾਲਾ ਮਾਹੌਲ ਹੋਵੇ, ਪਰ ਸਿੱਖ ਉਹਦੇ ਵਿੱਚ ਫਸੇ ਨਾ। ਸਮਝ ਲਓ ਮਨ ਟਿਕਿਆ ਹੋਇਆ। ਪਰ ਗੁਰਦੁਆਰੇ ਆ ਕੇ ਅੱਖਾਂ ਬੰਦ ਕਰਕੇ ਬੈਠੇ ਤੇ ਬਾਹਰ ਜਿੱਥੇ ਮੌਕਾ ਲੱਗੇ ਉੱਥੇ ਬੁਰਾਈ ਕਰ ਲਵੇ, ਸਾਹਮਣੇ ਬੰਦੇ ਦੇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕੀ ਫਤਿਹ ਜੀ, ਸਾਹਮਣੇ ਬੜੇ ਚੰਗੇ ਹੋ ਜੀ, ਬੜੀ ਖੁਸ਼ੀ ਹੋਈ ਜੀ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ, ਤੇ ਪਾਸੇ ਹੋ ਕੇ ਥੋੜਾ ਜਿਹਾ ਪਾਸੇ ਹੋ ਕੇ ਮਾਹੌਲ ਹੀ ਨਾ ਉਤਰਾਂ ਦਾ ਰਹਿੰਦਾ। ਮੌਕਾ ਲਾ ਕੇ ਝੱਟ ਹੀ ਚੰਗਿਆਈ ਨੂੰ ਵੀ ਬੁਰਾਈ ਵਿੱਚ ਪੇਸ਼ ਕਰਦੇ, ਚੰਗਿਆਈ ਨੂੰ ਵੀ ਬੁਰਾਈ ਵਿੱਚ। ਇਹ ਨਿੰਦਿਆ ਹੈ। ਮੌਕਾ ਵੇਖਦਿਆਂ ਨਿੰਦਿਆ ਸ਼ੁਰੂ ਕਰ ਦੇਣੀ, ਇਹ ਮਨ ਟਿਕੇ ਦੀ ਨਿਸ਼ਾਨੀ ਨਹੀਂ। ਮਨ ਟਿਕੇ ਦੀ ਨਿਸ਼ਾਨੀ ਹੋਏਗੀ ਭਾਵੇਂ ਕਿੰਨਾ ਵੀ ਸਾਡਾ ਜਿਹੜਾ ਵਿਅਕਤੀ ਹੈ ਉਹਦੇ ਨਾਲ ਬੋਲ ਚਾਲ ਨਾ ਹੋਵੇ, ਨੇੜਤਾ ਨਾ ਹੋਵੇ, ਪਰ ਉਹ ਵਿਅਕਤੀ ਦੀਆਂ ਖੂਬੀਆਂ ਨੂੰ ਖੂਬੀਆਂ ਹੀ ਪੇਸ਼ ਕੀਤਾ ਜਾਏ, ਉਹਦੀ ਬੁਰਾਈ ਨਾ ਕੀਤੀ ਜਾਏ। ਫਿਰ ਮਨ ਟਿਕੇ ਦੀ ਗੱਲ ਜਿਹੜੀ ਆ ਸਮਝ ਆਉਂਦੀ। ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਖਦੇ, ਮਨ ਵਾਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਜੀ ਗਿਆਨ ਦਿੰਦੇ ਆ ਸਾਡੇ ਜੀਵਨ ਜਿਉਣ ਦਾ, ਔਰ ਗਿਆਨ ਲੈ ਕੇ ਸਾਨੂੰ ਜੀਵਨ ਜਿਉਣਾ ਚਾਹੀਦਾ। ਮਨ ਜ਼ਰੂਰ ਟਿਕਦਾ ਹੈ, ਇਹ ਭੁਲੇਖੇ 'ਚ ਸਾਨੂੰ ਨਹੀਂ ਰਹਿਣਾ ਚਾਹੀਦਾ। ਅਗਲਾ ਸਵਾਲ ਹੈ ਜੀ, ਮੈਂ ਦੋ ਸਵਾਲ ਇਕੱਠੇ ਗਿਆਨੀ ਜੀ ਹੋਣਾ ਨੂੰ ਕਰ ਦਿੰਦਾ ਹਾਂ ਕਿਉਂਕਿ ਛੋਟੇ ਸਵਾਲ ਨੇ। ਇੱਕ ਹੈ ਜੀ ਕਿ ਜੇਕਰ ਛੋਟੀ ਉਮਰ ਦੇ ਵਿੱਚ ਕੋਈ ਬੱਚਾ ਚੜ੍ਹਾਈ ਕਰ ਜਾਂਦਾ ਹੈ ਤਾਂ ਕੀ ਉਸ ਦਾ ਸੰਸਕਾਰ ਕਰਨਾ ਚਾਹੀਦਾ ਹੈ, ਜਾਂ ਮਿੱਟੀ ਵਿੱਚ ਦਬਾ ਦੇਣਾ ਚਾਹੀਦਾ, ਜਾਂ ਕੋਈ ਹੋਰ ਤਰੀਕਾ। ਔਰ ਦੂਜਾ ਸਵਾਲ ਹੈ ਜੀ ਕਿ ਨਿਤਨੇਮ ਦੀਆਂ ਬਾਣੀਆਂ ਕਿਹੜੀਆਂ ਹਨ, ਸਵੇਰ ਵੇਲੇ ਦੀਆਂ, ਸ਼ਾਮ ਵੇਲੇ ਦੀਆਂ, ਰਾਤ ਵੇਲੇ ਦੀਆਂ, ਸਿੱਖ ਨੇ ਕਿਹੜੀਆਂ ਬਾਣੀਆਂ ਦਾ ਪਾਠ ਕਰਨਾ ਹੈ ਜੀ।
ਸਨੇਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮ੍ਰਿਤਕ ਦੇ ਸੰਬੰਧ ਅੰਦਰ ਜਿਹੜਾ ਵਿਚਾਰ ਆਇਆ ਹੈ, ਸਾਡਾ ਆਮ ਇੱਕ ਰਿਵਾਜ ਹੈ ਕਿ ਮ੍ਰਿਤਕ ਸਰੀਰ ਦੀ ਸੰਭਾਲ ਕਰਨ ਦੇ ਕਈ ਤਰੀਕੇ ਨੇ। ਇਹਨਾਂ ਤਰੀਕਿਆਂ 'ਚ ਜਿਹੜਾ ਬਿਹਤਰ ਤਰੀਕਾ ਹੈ ਉਹ ਹੈ ਅਗਨ ਭੇਟ ਕਰਨਾ, ਸੰਸਕਾਰ ਕਰਨਾ। ਉਂਝ ਸਮੇਂ ਅਨੁਸਾਰ ਦਬਾਇਆ ਵੀ ਜਾ ਸਕਦਾ, ਦਰਿਆ ਵਿੱਚ ਰੋੜਿਆ ਵੀ ਜਾ ਸਕਦਾ, ਕਿਉਂਕਿ ਸਿੱਖ ਇਸ ਚੀਜ਼ ਤੋਂ ਉੱਪਰ ਹੈ, ਕਿਉਂਕਿ ਮ੍ਰਿਤਕ ਸਰੀਰ ਦੀ ਸੰਭਾਲ ਕਰਨੀ ਹੈ ਤੇ ਕਿਸੇ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਆ। ਸੰਸਕਾਰ ਦੇ ਨਾਲ ਬਿਮਾਰੀਆਂ ਇਤਿਆਦਿਕ ਨਾਲ ਹੀ ਸੜ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਇਹ ਕੋਈ ਬਹੁਤ ਵੱਡਾ ਮਸਲਾ ਨਹੀਂ ਹੈ। ਉਸ ਤੋਂ ਬਾਅਦ ਅੰਗੀਠਾ ਇਕੱਠਾ ਕਰਕੇ ਉਹ ਵਗਦੇ ਪਾਣੀ 'ਚ ਰੋੜ ਦੇਣਾ ਜਾਂ ਜ਼ਮੀਨ ਵਿੱਚ ਦੱਬ ਦੇਣਾ, ਇਹ ਸਾਡੀ ਮਰਜ਼ਾਦਾ ਰਹੀ ਹੈ ਤੇ ਹੁਣ ਵੀ ਹੈ। ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਦੀ ਵਿਆਖਿਆ ਦੀ ਕਿਤਾਬ ਬਾਹਰ ਮਿਲਦੀ ਹੈ, ਉਸ ਹੀ ਜ਼ਰੂਰ ਲੈ ਕੇ ਜਾਇਓ। ਨਿਤਨੇਮ ਦੀਆਂ ਬਾਣੀਆਂ ਜੋ ਅਕਾਲ ਤਖਤ ਦਾ ਹੁਕਮ ਹੈ, ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਅਨੁਸਾਰ ਉਹ ਜਪਜੀ ਸਾਹਿਬ, ਜਾਪ ਸਾਹਿਬ ਔਰ ਸਵਈਏ ਸਵੇਰ ਦੇ ਟਾਈਮ 'ਤੇ, ਔਰ ਸ਼ਾਮ ਨੂੰ ਸੋਦਰ ਦਾ ਪਾਠ, ਸੌਣ ਲੱਗੇ ਸੁਹਲ ਦਾ ਪਾਠ, ਅਰਦਾਸ, ਇਹ ਨਿਤਨੇਮ ਦੀ ਬਾਣੀ ਹੈ। ਇੱਥੇ ਬੰਦਸ਼ ਨਹੀਂ ਹੈ। ਹਰ ਸੇ ਗੁਰਮੁਖੀ ਅੱਖਰ ਸਿੱਖ ਕੇ ਸਹਿਜ ਪਾਠ ਜਿਹੜਾ ਹੈ ਉਹ ਜਾਰੀ ਰੱਖੇ। ਕਿੰਨੇ ਕੁ ਸਿੱਖ ਨੇ ਵੀ ਜਿਹੜੇ ਸਹਿਜ ਪਾਠ ਕਰਦੇ ਆ, ਜਿਹੜੇ ਕਰਦੇ ਆ ਉਹਨਾਂ ਨੂੰ ਮੁਬਾਰਕ ਹੈ। ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਅਨੁਸਾਰ ਜੋ ਲਿਖਿਆ ਹੈ ਉਹ ਤੁਹਾਡੇ ਨਾਲ ਮੈਂ ਸਾਂਝਾ ਕਰ ਦਿੱਤਾ ਹੈ। ਬਾਕੀ ਪੁਸਤਕਾਂ ਦਾ ਬਸ ਸਟਾਲ ਲੱਗਿਆ ਹੈ, ਇੱਕ ਦੋ ਪੁਸਤਕਾਂ ਜ਼ਰੂਰ ਨਾਲ ਲੈ ਕੇ ਜਾਣ ਦੀ ਕਿਰਪਾ ਕਰਨੀ। ਅਗਲਾ ਸਵਾਲ ਸਰਵਣ ਕਰੋ। ਇਹ ਗੁਰਬਾਣੀ ਦੀ ਪੰਕਤੀ ਆਈ ਜੀ, ਪੁੱਛਿਆ ਗਿਆ ਤਹਾਂ ਬੈਕੁੰਠ ਜਾਂ ਕੀਰਤਨ ਤੇਰਾ, ਇਹ ਬੈਕੁੰਠ ਤੋਂ ਕੀ ਭਾਵ ਹੈ? ਇਹਦੇ ਅਰਥ ਭਾਵ ਸਮਝਾਏ ਜਾਣ। ਬੈਕੁੰਠ ਦਾ ਅਰਥ ਹੈ ਜੀ ਸਵਰਗ। ਬੈਕੁੰਠ ਦਾ ਅਰਥ ਹੈ ਸਵਰਗ। ਇਹ ਖਿਆਲ ਨਰਕ ਤੇ ਸਵਰਗ ਵਾਲਾ ਗੁਰੂ ਨਾਨਕ ਸਾਹਿਬ ਤੋਂ, ਕਬੀਰ ਜੀ ਤੋਂ, ਨਾਮਦੇਵ ਜੀ ਤੋਂ ਪਹਿਲਾਂ ਇਹ ਸਮਾਜ ਵਿੱਚ ਪ੍ਰਚਲਿਤ ਚੱਲਿਆ ਆਉਂਦਾ ਸੀ। ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਲੋਕ ਚੰਗੇ ਕਰਮ ਕਰਦੇ ਆ, ਕੋਈ ਤੀਰਥ ਯਾਤਰਾ, ਤੀਰਥ ਇਸ਼ਨਾਨ ਕਰਦੇ ਆ, ਉਹਨਾਂ ਨੂੰ ਸਵਰਗਾਂ ਵਿੱਚ ਥਾਂ ਮਿਲਦੀ ਆ। ਜਿਹੜੇ ਲੋਕ ਗੰਦੇ ਕੰਮ ਕਰਦੇ ਆ ਉਹਨਾਂ ਨੂੰ ਨਰਕਾਂ 'ਚ ਥਾਂ ਮਿਲਦੀ ਆ। ਇੱਥੇ ਨਰਕਾਂ ਦੇ ਦ੍ਰਿਸ਼ ਵੀ ਪੇਸ਼ ਕੀਤੇ ਗਏ, ਇੱਥੇ ਸਵਰਗਾਂ ਦੇ ਦ੍ਰਿਸ਼ ਵੀ ਪੇਸ਼ ਕੀਤੇ ਗਏ। ਔਰ ਇਸ ਤਰ੍ਹਾਂ ਦੀ ਕਹਾਣੀ ਵੀ ਬਣਾਈ ਗਈ ਵੀ ਸਵਰਗਾਂ ਦੇ ਵਿੱਚ ਅੰਗੂਰੀ ਜਾਮ ਮਿਲਦੇ ਆ, ਉੱਥੇ ਹੂਰਾਂ ਦੇ ਨਾਚ ਵੇਖਣ ਨੂੰ ਮਿਲਦੇ ਆ। ਵੀ ਲੱਖ ਲਾਹਣ ਤੇ ਸਾਰਾ ਕੁਝ ਇੱਥੇ ਵੀ ਹੋਈ ਜਾਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਇਹਨਾਂ ਭੁਲੇਖਿਆਂ 'ਚ ਨਹੀਂ ਪਾਇਆ। ਚੰਗੇ ਕੰਮ ਕਰਨੇ, ਸਵਰਗ ਦਾ ਲਾਲਚ, ਵੀ ਜੇ ਤੁਸੀਂ ਚੰਗੇ ਕੰਮ ਕਰੋਗੇ ਤੁਹਾਨੂੰ ਸਵਰਗਾਂ 'ਚ ਥਾਂ ਮਿਲੇਗੀ, ਲਾਲਚ। ਜੇ ਤੁਸੀਂ ਬੁਰੇ ਕੰਮ ਕਰੋਗੇ ਤੁਹਾਨੂੰ ਨਰਕਾਂ ਵਿੱਚ ਇਹ ਡਰ। ਲਾਲਚ ਤੇ ਡਰ ਦੇ ਅਧੀਨ ਸਮਾਜ ਦੇ ਲੋਕ ਜਿਉਂਦੇ ਰਹੇ। ਹੁਣ ਪੜ੍ਹੋ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕਿਉਂਕਿ ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧ ਰੱਖਦੇ ਹਾਂ, ਅਸੀਂ ਕਿਸੇ ਹੋਰ ਵਿਅਕਤੀ ਨਾਲ ਜਾਂ ਕਿਸੇ ਵਿਚਾਰਧਾਰਾ ਨਾਲ ਸੰਬੰਧ ਨਹੀਂ ਰੱਖਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਆਖਿਆ, ਕਾਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਅਸੀਂ ਆਪਣੇ ਗੁਰੂ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕਾਣ ਨਹੀਂ ਰੱਖਦੇ, ਮੁਤਾਜੀ ਨਹੀਂ ਰੱਖਦੇ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਬਾਬਾ ਕਬੀਰ ਜੀ ਨੇ ਇੱਕ ਬੜਾ ਪਿਆਰਾ ਹੋਰ ਖਿਆਲ ਦਿੱਤਾ। ਬਾਬਾ ਕਬੀਰ ਜੀ ਆਖਦੇ ਆ, ਸਾਰੇ ਕਹਿੰਦੇ ਅਸੀਂ ਉੱਥੇ ਜਾਣਾ, ਅਸੀਂ ਉੱਥੇ ਜਾਣਾ, ਸਭ ਕੋਈ ਚੱਲਨ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਮੈਨੂੰ ਨਹੀਂ ਪਤਾ ਉਹ ਬੈਕੁੰਠ ਕਿੱਥੇ, ਜਿੱਥੇ ਜਾਣ ਦੀਆਂ ਗੱਲਾਂ ਕਰਦੇ ਆ। ਫਿਰ ਸ਼ਬਦ ਦੇ ਅਖੀਰ ਵਿੱਚ ਜਾ ਕੇ ਬਾਬਾ ਕਬੀਰ ਜੀ ਕਹਿੰਦੇ, ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਕਬੀਰ ਜੀ ਆਖਣ ਲੱਗਿਆ, ਸਾਧ ਸੰਗਤ, ਗੁਰੂ ਦੀ ਸੰਗਤ ਕਰਨੀ, ਇਹ ਸਭ ਤੋਂ ਵੱਡਾ ਬੈਕੁੰਠ ਹੈ। ਜਿਹੜੇ ਬੈਕੁੰਠ ਦੀਆਂ ਇਹ ਗੱਲਾਂ ਕਰਦੇ ਨੇ, ਉਹ ਬੈਕੁੰਠ ਮੈਨੂੰ ਨਹੀਂ ਪਤਾ ਕਿੱਥੇ ਹੈ। ਸੋ ਗੁਰੂ ਸਵਾਰਿਓ, ਸਾਨੂੰ ਸਤਿਗੁਰੂ ਨੇ ਆ ਸੰਗਤ ਕਰਨ ਵਾਲਾ ਬੈਕੁੰਠ ਦਿੱਤਾ ਹੈ। ਇਹ ਸਵਰਗ ਹੈ, ਕਿਉਂਕਿ ਇੱਥੇ ਬੈਠ ਕੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਮਿਲਦਾ ਹੈ। ਗੁਰੂ ਦੀ ਸਿੱਖਿਆ ਧਾਰਨ ਕਰਨ ਦਾ, ਗੁਰੂ ਦੀ ਸਿੱਖਿਆ ਵਿਚਾਰਨ ਦਾ ਸਾਨੂੰ ਸਬਬ ਬਣਦਾ ਹੈ। ਇੱਥੇ ਅਸੀਂ ਬੁਰਾਈਆਂ
ਵਿਚਾਰ ਕੇ ਛੱਡ ਸਕਦੇ ਹਾਂ, ਚੰਗਿਆਈਆਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰ ਸਕਦੇ ਹਾਂ ਔਰ ਸੋਹਣਾ ਆਪਣਾ ਸਮਾਜ ਜਿਹੜਾ ਹੈ ਉਹ ਸਿਰਜ ਸਕਦੇ ਹਾਂ, ਸਮਾਜ ਦੀ ਘਾੜਤ ਵਧੀਆ ਬਣਾ ਸਕਦੇ ਹਾਂ। ਸਤਿਗੁਰੂ ਦੀ ਬਾਣੀ ਇਸ ਥਾਂ ਨੂੰ ਹੀ ਸਵਰਗ ਆਖ ਕੇ ਵਡਿਆਉਂਦੀ ਹੈ, ਹੋਰ ਕੋਈ ਨਰਕ ਸਵਰਗ ਦੀ ਬਾਤ ਜਿਹੜੀ ਹੈ ਉਹ ਬਾਣੀ ਰੱਦ ਕਰਦੀ ਹੈ। ਗਿਆਨੀ ਜੀ ਹੋਣਾ ਦਾ ਕਿਉਂਕਿ ਮੌਸਮ ਚੇਂਜ ਹੋਇਆ, ਕੱਲ ਅਸੀਂ ਜਿੱਥੋਂ ਆਏ ਆ ਉੱਥੇ ਮੌਸਮ ਲਗਭਗ 40 ਤੋਂ ਲੈ ਕੇ 45 ਸੀ ਤੇ ਇੱਥੇ 14-15 ਹੋ ਗਿਆ, ਤੇ ਪਾਣੀ ਦੇ ਕਾਰਨ ਸ਼ਾਇਦ ਹੋ ਸਕਦਾ ਉਹਨਾਂ ਦਾ ਗਲਾ ਠੀਕ ਨਹੀਂ ਹੈ, ਇਸ ਕਰਕੇ ਭਾਈ ਸੁਖਵਿੰਦਰ ਸਿੰਘ ਹੀ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਤੇ ਕਰੀਬ 8:30 ਅਸੀਂ ਸਮਾਪਤੀ ਕਰ ਦੇਣੀ ਹੈ ਜੀ। ਅਗਲਾ ਸਵਾਲ ਹੈ ਜੀ ਕਿ ਨਾਮ ਸਿਮਰਨ ਕੀ ਹੈ, ਕਿਵੇਂ ਜਪਣਾ ਚਾਹੀਦਾ ਹੈ, ਤੇ ਨਾਲ ਇੱਕ ਹੋਰ ਸਵਾਲ ਹੈ ਕਿ ਇੱਕ ਸ਼ਬਦ ਹੈ ਵਾਹਿਗੁਰੂ, ਇਹਦਾ ਅਰਥ ਭਾਵ ਕੀ ਹੈ ਔਰ ਕੀ ਇਸ ਸ਼ਬਦ ਨੂੰ ਅਸੀਂ ਬਾਰ-ਬਾਰ ਜਪ ਸਕਦੇ ਹਾਂ ਜੀ? ਸਾਧ ਸੰਗਤ ਜੀ, ਸਮਾਂ ਜਿਹੜਾ ਪ੍ਰਬੰਧਕ ਵੀਰਾਂ ਵੱਲੋਂ ਨਿਸ਼ਚਿਤ ਕੀਤਾ ਗਿਆ ਸੀ ਉਹ ਸਾਨੂੰ 8:30 ਤੱਕ ਦਾ ਦਿੱਤਾ ਗਿਆ ਸੀ। ਤੁਸੀਂ ਥੱਕ ਤਾਂ ਨਹੀਂ ਗਏ? ਕਿਉਂਕਿ ਤੁਸੀਂ ਸਾਡੇ ਤੋਂ ਪਹਿਲਾਂ ਦੇ ਬੈਠੇ ਹੋ, ਕਿਉਂਕਿ ਇੱਕ ਉਹ ਬੰਧਾਨ ਨਹੀਂਗਾ, ਬੰਦਸ਼ ਨਹੀਂ ਵੀ ਜੇ ਤੁਸੀਂ ਥੱਕੇ ਹੋ। ਮੈਨੂੰ ਲੱਗਦਾ ਵੀ ਭੈਣਾਂ ਇਸ ਪਾਸੇ ਮੈਂ ਵੇਖਿਆ ਅੱਗੇ ਉਹ ਵਾਸੀਆਂ ਲੈਂਦੀਆਂ ਸੀਗੀਆਂ, ਤਾਂ ਜੇ ਜ਼ਰੂਰੀ ਨਹੀਂ, ਪਤਾ ਕੀ ਹੈ, ਮਜਬੂਰੀ ਨਹੀਂ ਵੀ ਆਪਾਂ 8:30 ਦਾ ਮਿੱਥਿਆ ਆਪਾਂ 8:30 ਵਜੇ ਤੱਕ ਬੈਠੇ ਹੀ ਰਹਿਣਾ, ਕੋਈ ਬੰਧਨ ਹੈ ਆਪਣੇ ਤੇ, ਕਿਸੇ ਨੇ ਮਜਬੂਰੀ ਬਣਾਈ ਹੈ ਵੀ ਆਪਾਂ ਬਹਿਣਾ। ਜੇ ਕੋਈ ਥਕੇਵਾਂ ਜਾਂ ਇਸ ਤਰ੍ਹਾਂ ਦੀ ਲੱਗਦੀ ਹੋਵੇ ਆਪਾਂ ਸਮਾਪਤੀ ਵੀ ਕਰ ਸਕਦੇ, ਕੋਈ ਦਿੱਕਤ ਵਾਲੀ ਗੱਲ ਨਹੀਂ, ਚਲਾ ਸਕਦੇ ਜੀ ਆਪਾਂ। ਧੰਨਵਾਦ ਜੀ। ਸਵਾਲ ਆਇਆ ਜੀ ਕਿ ਸਿਮਰਨ ਕੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰ ਸਿੱਖ ਨੂੰ ਸਿਮਰਨ ਕਰਨ ਲਈ ਕਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰ ਸਿੱਖ ਨੂੰ ਜਪਣ ਲਈ ਕਹਿੰਦੀ ਹੈ, ਕਿਉਂਕਿ ਸਾਨੂੰ ਸਾਰਿਆਂ ਨੂੰ ਇਹ ਬਾਣੀ ਤਾਂ ਤਕਰੀਬਨ ਯਾਦ ਹੀ ਹੈ, ਸਾਰੇ ਅਸੀਂ ਪੜ੍ਹਦੇ ਵੀ ਰਹਿੰਦੇ ਹਾਂ। ਗੁਰੂ ਅਰਜਨ ਸਾਹਿਬ ਜੀ ਦੀ ਸੁਖਮਨੀ ਸਾਹਿਬ ਬਾਣੀ, ਔਰ ਸੁਖਮਨੀ ਸਾਹਿਬ ਆਰੰਭ ਹੁੰਦਿਆਂ ਦੇਖੋ ਕਿੰਨੀਆਂ ਪਿਆਰੀਆਂ ਤੁਕਾਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਆਪ ਤੇ ਟੁਕਾ ਕੇ ਸਾਨੂੰ ਕਹੀਆਂ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਿਮਰੋਂ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਮਿਟਾਵੋ। ਮੈਂ ਸਿਮਰਦਾ ਹਾਂ ਔਰ ਮੈਂ ਸਿਮਰ ਸਿਮਰ ਕੇ ਆਪਣੇ ਜੀਵਨ ਵਿੱਚੋਂ ਕਾਲ ਕਲੇਸ਼ ਮਿਟਾਉਂਦਾ ਹਾਂ, ਮੈਂ ਖਤਮ ਕਰ ਰਿਹਾ ਹਾਂ, ਮੈਂ ਵਾਹਿਗੁਰੂ ਅਕਾਲ ਪੁਰਖ ਦੇ ਸਿਮਰਨ ਨਾਲ। ਹੁਣ ਜਦੋਂ ਅਸੀਂ ਸਿਮਰਨ ਕੀ ਹੈ ਦੀ ਗੱਲ ਕਰਦੇ ਹਾਂ, ਮੈਂ ਪਹਿਲਾਂ ਕਿਹਾ ਸਿਮਰਨ ਹਰ ਸਿੱਖ ਨੇ ਕਰਨਾ ਹੈ, ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਕਰਨਾ ਚਾਹੀਦਾ। ਸਿਮਰਨ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਤਿਗੁਰੂ ਆਖਦੇ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ ਹੈ। ਇਹ ਸਾਰੀ ਬਾਣੀ ਵਾਹਿਗੁਰੂ ਅਕਾਲ ਪੁਰਖ ਜੀ ਦੀ ਆਪਣੀ ਹੈ, ਇਹ ਸਾਰੀ ਉਹਦੀ ਵਡਿਆਈ ਹੈ, ਇਹ ਸਾਰੀ ਬਾਣੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਹੈ। ਔਰ ਇਹ ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਵਿਚਾਰਨਾ, ਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ 'ਚ ਢਾਲਣਾ, ਇਹ ਸਿਮਰਨ ਹੈ। ਫਿਰ ਧਿਆਨ ਨਾਲ ਸੁਣ ਲੈਣਾ, ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਵਿਚਾਰਨਾ ਔਰ ਬਾਣੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਢਾਲ ਲੈਣਾ, ਧਾਰਨ ਕਰ ਲੈਣਾ, ਇਹ ਸਿਮਰਨ ਹੈ। ਸਤਿਗੁਰੂ ਦੇ ਪਿਆਰਿਓ, ਇੱਕ ਸਵਾਲ ਨਾਲ ਹੋਰ ਮੈਂ ਆਪਣੇ ਵੱਲੋਂ ਕਹਿ ਦਿੰਦਾ ਹਾਂ, ਸਿਮਰਨ ਕਿਵੇਂ ਕਰਨਾ ਚਾਹੀਦਾ? ਸਿਮਰਨ ਕੀ ਹੈ? ਬਾਣੀ ਨੂੰ ਪੜ੍ਹਨਾ, ਵਿਚਾਰਨਾ ਤੇ ਸਿੱਖਿਆ ਨੂੰ ਧਾਰਨ ਕਰਨਾ। ਸਿਮਰਨ ਕਿਵੇਂ ਕਰਨਾ ਚਾਹੀਦਾ? ਮਹਾਰਾਜ ਦੀ ਬਾਣੀ ਆਖਦੀ, ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਤੁਹਾਨੂੰ ਹਰ ਵੇਲੇ ਉਹਨੂੰ ਯਾਦ ਕਰਨਾ ਚਾਹੀਦਾ, ਤੁਹਾਨੂੰ ਹਰ ਵੇਲੇ ਬਾਣੀ ਦੇ ਉਪਦੇਸ਼ ਤੇ ਅਮਲ ਕਰਨਾ ਚਾਹੀਦਾ, ਕਦੀ ਵੀ ਬਾਣੀ ਦੇ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਹਾਥ ਪਾਉ ਕਰ ਕਾਮ ਸਭ ਜੀਤ ਨਿਰੰਜਨ ਨਾਲ। ਤੁਹਾਨੂੰ ਕੋਈ ਕੰਮਕਾਰ ਛੱਡਣ ਦੀ ਲੋੜ ਨਹੀਂ, ਸਗੋਂ ਇਹ ਸੁਭਾਅ ਬਣਾਉਣ ਦੀ ਲੋੜ ਹੈ, ਮੈਂ ਕੰਮਕਾਰ ਕਰਦਿਆਂ ਕਿਸੇ ਦੂਜੇ ਦਾ ਨੁਕਸਾਨ ਨਾ ਕਰਾਂ, ਮੈਂ ਆਪਣੀ ਤਾਕਤ ਦੀ ਦੁਰਵਰਤੋਂ ਨਾ ਕਰਾਂ, ਮੈਂ ਆਪਣੇ ਸੁਭਾਅ ਦੀ ਜਿਹੜਾ ਮੈਨੂੰ ਗੁਰੂ ਨੇ ਦਿੱਤਾ ਹੈ ਉਹਦੀ ਉਲੰਘਣਾ ਨਾ ਕਰਾਂ, ਮੇਰੇ ਕਿਸੇ ਵੀ ਗਲਤ ਕੰਮ ਕਰਕੇ ਕਿਸੇ ਦੂਜੇ ਦਾ ਦਿਲ ਨਾ ਦੁਖੇ। ਸਾਨੂੰ ਇਸ ਤਰ੍ਹਾਂ ਦੀ ਕਰਨੀ ਬਣਾਉਣ ਦੀ ਲੋੜ ਹੈ। ਕਈ ਲੋਕ ਅੱਜ ਦੇ ਸਮੇਂ ਦੇ ਅੰਦਰ ਬੜੀਆਂ ਸਾਰੀਆਂ ਉਲਝਣਾਂ ਵਿੱਚ ਪਏ ਸਾਡੇ ਸਮਾਜ ਵਿੱਚ। ਇੱਥੇ ਸਾਨੂੰ ਪਤਾ ਨਹੀਂ ਤੁਹਾਡੇ ਇਹਨਾਂ ਨਗਰਾਂ ਦੇ ਆਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਹੈ ਕਿ ਨਹੀਂ, ਪਰ ਤੁਸੀਂ ਥੋੜਾ ਜਿਹਾ ਇੱਥੋਂ ਪਰਾਂ ਨੂੰ ਜੰਮੂ ਵਾਲੀ ਸਾਈਡ ਨੂੰ ਵੀ ਅਸੀਂ ਦੇਖ ਕੇ ਆਏ ਹਾਂ, ਪੁੰਛ ਵਾਲੀ ਸਾਈਡ ਨੂੰ ਵੀ ਦੇਖ ਕੇ ਆਏ ਹਾਂ।
ਬੜੀਆਂ ਸਾਰੀਆਂ ਇੱਥੇ ਦੁਕਾਨਾਂ ਉਹ ਖੁੱਲੀਆਂ ਨੇ, ਪਖੰਡੀਆਂ ਨੇ, ਸਾਡੇ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਤੇ ਆਪਣੀਆਂ ਦੇਹਧਾਰੀਆਂ ਨੇ ਦੁਕਾਨਾਂ ਖੋਲ੍ਹੀਆਂ ਵੀ ਆਓ ਤੁਹਾਨੂੰ ਨਾਮ ਅਸੀਂ ਦਿੰਨੇ ਆ। ਔਰ ਸਾਡੇ ਚੰਗੇ ਭਲੇ ਸਿੱਖ ਅਖਵਾਉਣ ਵਾਲੇ ਜਿਹੜੇ ਆ ਉਹ ਉਹਨਾਂ ਥਾਵਾਂ ਤੇ ਜਾ ਕੇ ਨਾਮ ਲੈਂਦੇ ਫਿਰਦੇ ਆ। ਤੁਸੀਂ ਟੀਵੀ ਵੇਖਦੇ ਹੋਵੋਗੇ, ਆਹ ਤਮਾਸ਼ਾ ਤੇ ਦੇਖਿਆ ਹੀ ਹੋਣਾ ਨਾ। ਇੱਕ ਉਹ ਬਾਬਾ ਵੱਡੇ ਸਾਰੇ ਸਿੰਘਾਸਨ ਤੇ ਚੜ੍ਹ ਕੇ ਬੈਠਾ, ਨਿਰਮਲ ਬਾਬਾ, ਉਹਦੇ ਸਾਹਮਣੇ ਉਹ ਚੰਗੀ ਤਰ੍ਹਾਂ ਕੈਮਰਾ ਫਲੈਸ਼ ਮਾਰਦੇ, ਜਦੋਂ ਇਹੋ ਜਿਹਾ ਦ੍ਰਿਸ਼ ਹੋਵੇ ਨਾ ਉਹ ਜ਼ਿਆਦਾ ਵਿਖਾਉਂਦੇ ਆ। ਪੱਗ ਵਾਲਾ ਸੋਹਣਾ ਉਹਨੇ ਸੂਟ ਪਾਇਆ ਹੋਇਆ, ਉਹ ਸਾਹਮਣੇ ਖਲੋ ਕੇ, बाबा जी मेरा काम नहीं चलता, समोसा खाया? नहीं बाबा जी 2 हफ्ते से नहीं खाया, समोसा खाओ। दूसरा फिर उठ के खड़ा है, बाबा जी मेरे काम में रुकावट है, समोसा खाया? हाँ खाया। कौन सी चटनी के साथ? हरी के लाल? नहीं हरी के साथ, नहीं लाल के साथ खाओ, कृपा शुरू हो जाएगी। दसो पहला पग वाला उत्थे की लैन गया? समोसिया नाल कृपा चलदियां ने, चटनियां नाल कृपा चलदियां ने। जे समोसे ते चटनी नाल मसले हल हुंदे, निर्मल बाबे नूं गड्डी च लद के झुगलियां झोपड़ियां च लै जाना। हद हो गई। किन्ने साडे आले दुआले इस हिंदुस्तान दे आले दुआले दे गुआंढी मुल्क जिहड़े किन्ने गरीब ने, किन्नी गरीबी विच जीवन जी रहे, निर्मल बाबे नूं उत्थे लै जाण, उन्हां दी गरीबी काढ हुण समोसे खवा के। ਇਹੋ ਜਿਹੇ ਪਖੰਡ ਨੇ ਸਾਡੇ ਸਮਾਜ ਨੂੰ ਤਬਾਹ ਕੀਤਾ ਹੋਇਆ, ਔਰ ਸਾਡਾ ਸਮਾਜ ਬੁਰੀ ਤਰ੍ਹਾਂ ਫਸਿਆ ਹੋਇਆ। ਔਰ ਇੱਥੇ ਹੀ ਬਸ ਨਹੀਂ, ਪਤਾ ਨਹੀਂ ਕਿੰਨੇ ਸਾਡੇ ਆਲੇ ਦੁਆਲੇ ਕੁੱਕੜ ਰੰਗ ਬਰੰਗੇ ਬਾਂਗ ਇੱਕੋ ਜਿਹੇ ਕਿੰਨੇ ਇਸ ਤਰ੍ਹਾਂ ਦੇ ਵੇਸ਼ ਵਾਲੇ ਬੈਠੇ ਹੋਏ ਨੇ, ਉਹ ਕੰਨਾਂ 'ਚ ਮੰਤਰ ਦੇ ਰਹੇ ਨੇ। ਫਿਰ ਕਹਿੰਦੇ ਆਹ ਜਿਹੜਾ ਨਾਮ ਤੈਨੂੰ ਦਿੱਤਾ ਕਿਸੇ ਨੂੰ ਨਹੀਂ ਦੱਸਣਾ, ਇਹ ਕਿਸੇ ਨੂੰ ਨਹੀਂ ਦੱਸਣਾ, ਇਹ ਲਾਈਟਾਂ ਬੰਦ ਕਰਕੇ ਜਪਿਓ, ਇਹ ਮੂੰਹ ਤੇ ਕੱਪੜਾ ਲੈ ਕੇ ਜਪਿਓ, ਇਹ ਕੰਧ ਵੱਲ ਮੂੰਹ ਕਰਕੇ ਜਪਿਓ। ਹੱਦ ਹੋ ਗਈ। ਤੁਸੀਂ ਕੀ ਇਹਨਾਂ ਕੋਲ ਲੈਣਾ? ਤੁਸੀਂ ਆਪਣੇ ਸਤਿਗੁਰੂ ਦੀ ਬਾਣੀ ਪੜ੍ਹ ਕੇ ਦੇਖੋ, ਤੁਹਾਡਾ ਸਤਿਗੁਰੂ ਤੁਹਾਨੂੰ ਪਾਬੰਦੀਆਂ ਨਹੀਂ ਲਾਉਂਦਾ। ਤੁਹਾਡਾ ਸਤਿਗੁਰੂ ਤੁਹਾਨੂੰ ਪੁਕਾਰ ਕੇ ਕਹਿੰਦਾ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਤੁਹਾਨੂੰ ਕੋਈ ਪਾਬੰਦੀ ਨਹੀਂ, ਤੁਸੀਂ ਉਹਨਾਂ ਕੋਲ ਕੀ ਲੈਣ ਜਾਣਾ? ਇਹੋ ਜਿਹੇ ਨਾਮ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਆਖਿਆ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਤੁਹਾਨੂੰ ਕੋਈ ਪਾਬੰਦੀ ਨਹੀਂ। ਫਿਰ ਐਸੇ ਸਤਿਗੁਰੂ ਕੋਲੋਂ ਨਾਮ ਧਾਰਨ ਕਰਨ ਦੀ ਲੋੜ ਹੈ, ਉਹਨਾਂ ਥਾਵਾਂ ਤੇ ਜਾ ਕੇ ਨਾਮ ਲੈਣ ਦੀ ਲੋੜ ਨਹੀਂ। ਔਰ ਸਾਨੂੰ ਕਿਸੇ ਵੀ ਪਖੰਡ ਵਿੱਚ ਪੈਣ ਦੀ ਲੋੜ ਨਹੀਂ। ਤੁਰਦਿਆਂ ਫਿਰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਮੈਂ ਤਾਂ ਇਹ ਵੀ ਬੇਨਤੀ ਕਰਾਂਗਾ, ਭੈਣਾਂ ਜਦੋਂ ਕਦੀ ਸ਼ਾਮ ਨੂੰ ਪ੍ਰਸ਼ਾਦਾ ਤਿਆਰ ਕਰਦੀਆਂ, ਸਵੇਰੇ ਪ੍ਰਸ਼ਾਦਾ ਤਿਆਰ ਕਰਦੀਆਂ, ਕਾਸ਼ ਕਿਤੇ ਸਾਨੂੰ ਇਹ ਸੁਭਾਅ ਪੈ ਜਾਏ, ਰਹਿ ਰਸ ਦਾ ਪਾਠ ਰੋਟੀ ਬਣਾਉਂਦਿਆਂ ਕਰ ਲਓ। ਜੇ ਤੁਹਾਡੇ ਕੋਲ ਸਮਾਂ ਨਹੀਂ, ਰੋਟੀ ਬਣਾਉਂਦਿਆਂ ਤੁਸੀਂ ਰਹਿ ਰਸ ਦਾ ਪਾਠ ਵੇਖੋ, ਨਾਲੇ ਅਸੀਂ ਕੰਮ ਕਰ ਰਹੇ, ਨਾਲੇ ਸਾਡੀ ਸੁਰਤ ਗੁਰੂ ਨਾਲ ਜੁੜੀ ਹੋਈ ਆ। ਤੁਰਦਿਆਂ ਫਿਰਦਿਆਂ ਤੁਸੀਂ ਪਾਠ ਕਰਨ ਦਾ ਸੁਭਾਅ ਹਰ ਵੇਲੇ, ਵੀਰ ਵੀ ਇਸੇ ਤਰ੍ਹਾਂ ਆਪਣਾ ਸੁਭਾਅ ਬਣਾ ਸਕਦੇ। ਸਤਿਗੁਰੂ ਕਿਰਪਾ ਕਰਨ, ਸਾਨੂੰ ਪਖੰਡ ਵਿੱਚੋਂ ਵਹਿਮਾਂ ਭਰਮਾਂ ਚੋਂ ਨਿਕਲ ਕੇ ਗੁਰੂ ਅਨੁਸਾਰ ਜ਼ਿੰਦਗੀ ਜਿਉਣ ਦਾ ਤਰੀਕਾ ਜਿਹੜਾ ਸਤਿਗੁਰੂ ਦੱਸਦੇ ਆ ਉਹ ਅਪਣਾਉਣਾ ਆ ਜਾਏ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾਂਦੇ ਨੇ, ਖਾਸ ਕਰਕੇ ਜਿਹੜੇ ਬੱਚੇ ਹਨ ਉਹਨਾਂ ਦੀਆਂ ਕਲਾਸਾਂ ਇੱਥੇ ਵੀ ਭਾਈ ਸਾਹਿਬ ਨੇ ਪ੍ਰਬੰਧ ਕੀਤਾ ਹੈ। ਬਹੁਤ ਚੰਗੀ ਗੱਲ ਹੈ ਕਿ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਨੇ, ਕੀਰਤਨ ਸਿਖਾ ਰਹੇ ਨੇ, ਗੁਰਮਤਿ ਸਿਧਾਂਤ ਦ੍ਰਿੜ ਕਰਵਾ ਰਹੇ ਨੇ। ਇੱਕ ਦੋ ਬੇਨਤੀਆਂ ਅਸੀਂ ਆਪਣੇ ਵੱਲੋਂ ਇੱਥੇ ਜ਼ਰੂਰ ਕਰਨੀਆਂ ਚਾਹਾਂਗੇ, ਹਰ ਥਾਂ ਹੀ ਅਸੀਂ ਕਰਦੇ ਹਾਂ, ਪਰ ਪੰਜਾਬ ਤੋਂ ਬਾਹਰ ਅਸੀਂ ਦੇਖਦੇ ਹਾਂ ਕਿ ਕੇਸਾਧਾਰੀ ਨੌਜਵਾਨ ਤਾਂ ਹਨ, ਪਰ ਦਸਤਾਰਾਂ ਬਹੁਤ ਘੱਟ ਸਜਾਉਂਦੇ ਨੇ, ਛੋਟੀਆਂ ਛੋਟੀਆਂ ਪਟਕੀਆਂ ਬਹੁਤ ਸਜਾਉਂਦੇ ਨੇ, ਇੱਥੋਂ ਤੱਕ ਵੀ ਦਾੜਾ ਵੀ ਆਇਆ ਹੁੰਦਾ ਹੈ, ਅੱਗੇ ਬੱਚੇ ਵੀ ਹੁੰਦੇ ਨੇ, ਪਰ ਉਹ ਫੇਰ ਵੀਰ ਜਿਹੜੇ ਨੇ ਉਹ ਛੋਟੀ ਜਿਹੀ ਪਟਕੀ ਉੱਤੇ ਸਜਾ ਕੇ ਤੇ ਤੁਰੇ ਫਿਰਦੇ ਨੇ। ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਟੀਵੀ ਵਿੱਚ ਟੀਵੀ ਸੀਰੀਅਲ ਆਉਂਦੇ, ਫਿਲਮਾਂ ਦੇ ਵਿੱਚ ਸਿੱਖ ਦਾ ਮਜ਼ਾਕ ਉਡਾਇਆ ਜਾਂਦਾ ਹੈ, ਪਰ ਅਸੀਂ ਆਪ ਵੀ ਧਿਆਨ ਦਈਏ ਕਿ ਆਪ ਅਸੀਂ ਦਸਤਾਰ ਕਿੰਨੀ ਕੁ ਸਜਾਉਂਦੇ ਹਾਂ। ਇਸ ਕਰਕੇ ਦਸਤਾਰ ਦਾ ਮਹੱਤਵ ਸਾਨੂੰ ਸਮਝਣਾ ਚਾਹੀਦਾ ਹੈ। ਜੇ ਇਹ ਢਿੱਲਾਪਣ ਅਵੇਸਲਾਪਣ ਆ ਗਿਆ ਤੇ ਹੌਲੀ ਹੌਲੀ ਅਸੀਂ ਫਿਰ ਅਗਲਾ ਕਦਮ ਜਿਹੜਾ ਉਹ ਪੁੱਟ ਲੈਂਦੇ। ਇਹੋ ਹੀ ਕਾਰਨ ਹੈ ਕਿ ਜਦੋਂ ਬੱਚਾ, ਇਹ ਸੋਹਣਾ ਤਾਂ ਲੱਗਦਾ ਪਟਕਾ, ਪਰ ਜੇ ਸਮੇਂ ਸਿਰ ਦਸਤਾਰ ਨਾ ਸਿਖਾਈ ਜਾਵੇ, ਜਾਚ ਨਾ ਸਿੱਖੀ ਜਾਵੇ, ਤਾਂ ਜਦੋਂ ਬੱਚਾ ਸਕੂਲ ਤੋਂ ਬਾਅਦ ਕਿਸੇ ਕਾਲਜ ਯੂਨੀਵਰਸਿਟੀ ਜਾਂਦਾ ਤਾਂ ਉੱਥੇ ਜਾਂ ਤਾਂ ਦਸਤਾਰ ਵਾਲੇ ਹੁੰਦੇ ਨੇ ਤੇ ਜਾਂ ਬਿਲਕੁਲ ਸਾਨੂੰ ਪਤਤ ਦਿਖਣਗੇ, ਜਾਂ ਗੈਰ ਧਰਮੀ ਜਿਹੜੇ ਬੰਦੇ ਸਾਨੂੰ ਉੱਥੇ ਨਜ਼ਰ ਆਉਂਦੇ। ਉੱਥੇ ਫਿਰ ਆਪਣੇ ਆਪ ਦੇ ਅੰਦਰ ਹੀਨ ਭਾਵਨਾ ਪੈਦਾ ਹੁੰਦੀ ਹੈ ਕਿ ਮੈਂ ਬੁਰਾ ਜਿਹਾ ਲੱਗਦਾ।
ਫਿਰ ਨਾ ਤਾਂ ਉਦੋਂ ਦਸਤਾਰ ਸਜਾਉਣੀ ਆਉਂਦੀ ਹੈ, ਜੇ ਸਜਾਉਂਦਾ ਹੈ ਕੋਸ਼ਿਸ਼ ਕਰਕੇ ਤੇ ਆਪਣੇ ਆਪ ਨੂੰ ਐਵੇਂ ਲੱਗੀ ਜਾਂਦਾ ਹੈ ਕਿ ਮੇਰੇ ਕੋਲ ਦਸਤਾਰ ਸੋਹਣੀ ਨਹੀਂ ਸਜਾਈ ਗਈ, ਤਾਂ ਫਿਰ ਕੇਸ ਕਤਲ ਕਰਾਉਣ ਵਾਲੇ ਪਾਸੇ ਨੂੰ ਤੁਰ ਪੈਂਦਾ। ਇਸ ਕਰਕੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਇਹ ਜਿਹੜੀ ਦਸਤਾਰ ਸਾਨੂੰ ਸਰਦਾਰੀ ਮਿਲੀ ਇਹ ਐਵੇਂ ਨਹੀਂ ਹੈ। ਇੱਕ ਸੱਜਣ ਨੇ ਬੜਾ ਸੋਹਣਾ ਲਿਖਿਆ ਕਿ ਜਿਨ੍ਹਾਂ ਦੇ ਇਹੋ ਜਿਹੇ ਬਾਪੂ ਹੋਣ ਟੋਪੀਆਂ ਪਾਉਣ ਵਾਲੇ, ਉਹ ਬੇਸ਼ੱਕ ਪਾਈ ਫਿਰਨ, ਪਰ ਸਾਡਾ ਜਿਹੜਾ ਬਾਪੂ ਕਲਗੀਧਰ ਪਾਤਸ਼ਾਹ ਉਹਨੇ ਦਸਤਾਰ ਦੀ ਬਖਸ਼ਿਸ਼ ਕੀਤੀ ਹੈ। ਇੱਕ ਵਿਦਵਾਨ ਨੇ ਲਿਖਿਆ ਹੈ ਕਿ ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸੀਂ, ਖੁਦ ਆਪ ਚਰਖੜੀਆਂ ਤੇ ਚੜ੍ਹੇ ਹੋਏ ਹਾਂ। ਜਿਨ੍ਹਾਂ ਸਕੂਲਾਂ 'ਚ ਸਿਰਾਂ ਦੀ ਫੀਸ ਲੱਗਦੀ ਅਸੀਂ ਉਹਨਾਂ ਸਕੂਲਾਂ 'ਚ ਪੜ੍ਹੇ ਹੋਏ ਹਾਂ। ਨਹੀਂ ਡਰਪੋਕ ਅਹਿੰਸਾ ਦੇ ਪੁਜਾਰੀ ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ, ਸਾਨੂੰ ਐਵੇਂ ਨਹੀਂ ਲੋਕ ਸਰਦਾਰ ਕਹਿੰਦੇ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਸੋ ਇਸ ਕਰਕੇ ਇਹ ਜਿਹੜੀ ਮਹੱਤਤਾ ਸਾਨੂੰ ਸਮਝਣੀ ਚਾਹੀਦੀ ਹੈ। ਇੱਕ ਦੋ ਹੋਰ ਛੋਟੀਆਂ ਬੇਨਤੀਆਂ ਨੇ ਕਿ ਜਿਵੇਂ ਭਾਈ ਸਾਹਿਬ ਜੀ ਇੱਥੇ ਵਿਚਾਰ ਆਰੰਭ ਕਰ ਰਹੇ ਸਨ ਇੱਥੇ, ਤਾਂ ਇੱਥੇ ਕੰਧ ਨਾਲ ਲੱਗੀ ਹੋਈ ਜਿਹੜੀ ਘੜੀ ਹੈ ਉਹਦਾ ਅਲਾਰਮ ਬੜਾ ਉੱਚਾ ਚੱਲ ਰਿਹਾ ਸੀ। ਗੁਰਦੁਆਰਾ ਸਾਹਿਬ ਇਸ ਤਰ੍ਹਾਂ ਦਾ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਚਾਹੀਦਾ, ਕਿਉਂਕਿ ਟਿਕਾ ਵਾਲੀ ਜਗ੍ਹਾ ਜੇ ਤਾਂ ਹੀ ਇਕਾਗਰਤਾ ਬਣ ਸਕਦੀ ਜੇ ਟਿਕਾ ਹੋਵੇ। ਇਸੇ ਤਰ੍ਹਾਂ ਇਹ ਜਿਹੜੀਆਂ ਲਾਈਟਾਂ ਜਾਂ ਬਹੁਤੇ ਫੁੱਲ, ਬਹੁਤੀ ਜ਼ਿਆਦਾ ਸਜਾਵਟ ਕਰਨੀ ਕਿ ਲਾਈਟਾਂ ਬੁਝ ਰਹੀਆਂ ਜਗ ਰਹੀਆਂ ਨੇ, ਇੱਥੇ ਅਸੀਂ ਸਜਾਵਟ ਦੇਖਣ ਨਹੀਂ ਆਏ, ਇੱਥੇ ਅਸੀਂ ਸਤਿਗੁਰੂ ਜੀ ਦੇ ਕੋਲੋਂ ਉਪਦੇਸ਼ ਲੈਣ ਆਏ ਹਾਂ। ਇਸ ਕਰਕੇ ਇਹ ਨਾ ਹੋਵੇ ਕਿ ਸਾਡਾ ਧਿਆਨ ਖਿੰਡਿਆ ਜਾਵੇ ਕਿ ਬਹੁਤ ਕੀਮਤੀ ਵਿਚਾਰ ਚੱਲ ਰਹੀ ਹੋਵੇ, ਸਤਿਗੁਰੂ ਜੀ ਦਾ ਉਪਦੇਸ਼ ਗਾਇਆ ਜਾ ਰਿਹਾ ਹੈ, ਸਮਝਾਇਆ ਜਾ ਰਿਹਾ ਹੋਵੇ, ਤੇ ਸਾਡਾ ਧਿਆਨ ਜਿਹੜਾ ਕਿਸੇ ਗਮਲੇ ਵੱਲ ਜਾਂ ਲਾਈਟ ਵੱਲ ਹੀ ਹੋਵੇ। ਇਹ ਧਿਆਨ ਹੋਵੇ ਕਿ ਬਾਬਾ ਜੀ ਨੂੰ ਬਾਅਦ ਵਿੱਚ ਪੁੱਛਣਾ, ਪ੍ਰਬੰਧਕਾਂ ਨੂੰ ਪੁੱਛਣਾ ਵੀ ਇਹ ਲਾਈਟ ਕਿੱਥੋਂ ਲਿਆਂਦੀ। ਇਸ ਕਰਕੇ ਇਸ ਪਾਸੇ ਧਿਆਨ ਦੇਣਾ ਚਾਹੀਦਾ। ਤੇ ਜਦੋਂ ਦੀਵਾਨ ਆਰੰਭ ਹੁੰਦਾ ਹੈ, ਖਾਸ ਤੌਰ 'ਤੇ ਜਿਹੜੇ ਬੱਚੇ, ਉਹਨਾਂ ਦਾ ਸੁਭਾਅ ਹੈ ਕਿ ਖੇਡਣਾ ਜਾਂ ਉੱਚਾ ਉਹਨਾਂ ਦੇ ਬੋਲਣਾ, ਗੱਲਾਂ ਬਾਤਾਂ ਕਰਨੀਆਂ। ਜਿੱਥੇ ਵੀ ਕਦੇ ਵੀ ਦੀਵਾਨ ਹੋਵੇ ਤਾਂ ਬੱਚਿਆਂ ਨੂੰ ਖਾਸ ਤੌਰ 'ਤੇ ਕੰਟਰੋਲ ਕਰਨਾ ਚਾਹੀਦਾ, ਉਹਨਾਂ ਨੂੰ ਟਿਕਾ ਦੇ ਨਾਲ ਬਿਠਾਉਣਾ ਚਾਹੀਦਾ। ਤੇ ਪਿੱਛੇ ਅਸੀਂ ਬੇਨਤੀ ਕੀਤੀ ਸੀ ਬੱਚੀਆਂ ਵਾਸਤੇ ਵੀ ਪੁੰਛ ਵਿਖੇ ਕਿ ਨੌਜਵਾਨਾਂ ਲਈ ਤੇ ਬੱਚੀਆਂ ਵਾਸਤੇ ਵਿਸ਼ੇਸ਼ ਤੌਰ 'ਤੇ ਦੀਵਾਨ ਜਾਂ ਸੈਮੀਨਾਰ ਹੋਣੇ ਚਾਹੀਦੇ ਨੇ, ਕਿਉਂਕਿ ਅਸੀਂ ਬਾਅਦ ਵਿੱਚ ਪਛਤਾਉਂਦੇ। ਪੰਜਾਬ ਤੋਂ ਬਾਹਰ ਇਹ ਬਹੁਤ ਜ਼ਿਆਦਾ ਵੱਡੀ ਇੱਕ ਮੁਸੀਬਤ ਸਾਡੇ ਲਈ ਬਣ ਰਹੀ ਹੈ ਕਿ ਨੌਜਵਾਨ ਬੱਚੀਆਂ ਅਨਮਤੀ ਧਰਮਾਂ ਦੇ ਜਿਹੜੇ ਨੌਜਵਾਨ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ ਤੇ ਇਹ ਜਿਹੜਾ ਆਪਣਾ ਮਹਾਨ ਗ੍ਰੰਥ ਹੈ ਇਹਦੇ ਤੋਂ ਹਮੇਸ਼ਾ ਲਈ ਵਿਛੜ ਜਾਂਦੀਆਂ ਨੇ, ਔਰ ਮਹਾਨ ਜਿਹੜੇ ਸ਼ਹੀਦ ਨੇ, ਇਤਿਹਾਸ ਹੈ, ਉਹਦੇ ਤੋਂ ਉਹ ਵਿਰਵੀਆਂ ਹੋ ਜਾਂਦੀਆਂ ਨੇ। ਆਪਣਾ ਸੱਭਿਆਚਾਰ, ਆਪਣੇ ਦਿਨ ਤਿਉਹਾਰ, ਇਹ ਸਾਰਾ ਕੁਝ ਖਤਮ ਹੋ ਜਾਂਦਾ। ਤੇ ਜਦੋਂ ਉਸ ਬੱਚੀ ਦੇ ਘਰ ਜਿਹੜੀ ਔਲਾਦ ਪੈਦਾ ਹੋਏਗੀ, ਜੇ ਇਸਲਾਮ ਮਤ ਵਿੱਚ ਹੈ ਤੇ ਮੁਸਲਮਾਨ ਆਪਣੇ ਆਪ ਹੋਏਗੀ, ਜੇ ਹਿੰਦੂ ਮਤ ਵਿੱਚ ਜਾਏਗੀ ਤਾਂ ਅਗਲੀ ਜਿਹੜੀ ਪੀੜ੍ਹੀ ਹੈ ਉਹ ਸਿੱਖ ਨਹੀਂ ਉਹਦੀ ਹੋਏਗੀ। ਇਸ ਕਰਕੇ ਬੱਚੀਆਂ ਨੂੰ ਪਹਿਲਾਂ ਸਮਝਾਉਣ ਦੀ ਲੋੜ ਹੈ, ਪਹਿਲਾਂ ਇਸ ਪਾਸੇ ਅਸੀਂ ਧਿਆਨ ਦਈਏ ਤਾਂ ਕਿ ਬਾਅਦ ਵਿੱਚ ਸਾਡੇ ਇਹ ਪੱਲੇ ਪਛਤਾਵਾ ਨਾ ਪਵੇ, ਅਸੀਂ ਦੁਖੀ ਨਾ ਹੋਈਏ। ਕੌਮੀ ਇੱਕ ਮਸਲਾ, ਇਸ ਪਾਸੇ ਸਾਨੂੰ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ ਜੀ। ਸਮਾਂ ਜਿਹੜਾ ਉਹ ਆਪਣੀ ਚਾਲ ਚੱਲ ਰਿਹਾ ਹੈ ਤੇ ਕਰੀਬ ਸਮਾਂ ਜਿਹੜਾ ਸਮਾਪਤ ਹੋ ਚੁੱਕਾ ਹੈ। ਕੁਝ ਸਵਾਲ ਆਪ ਜੀ ਦੇ ਰਹਿ ਜਾਣੇ ਹਨ ਤੇ ਜਿਹੜਾ ਸ਼ਾਮ ਦਾ ਦੀਵਾਨ ਹੈ ਉਹ ਇੱਥੋਂ 1 ਕਿਲੋਮੀਟਰ ਦੂਰ ਨੇੜਲੇ ਪਿੰਡ ਵਿਖੇ ਹੀ ਹੈ। ਉੱਥੇ ਸ਼ਾਮੀ 7 ਵਜੇ ਤੋਂ ਲੈ ਕੇ ਸ਼ਾਇਦ 10 ਵਜੇ ਤੱਕ ਦੀਵਾਨ ਸੱਜਣੇ ਨੇ। ਬੇਨਤੀ ਕਰਾਂਗੇ ਆਪ ਜੀ ਨੇ ਉੱਥੇ ਹਾਜ਼ਰੀ ਭਰਨੀ। ਜਿਹੜੇ ਸਵਾਲ ਰਹਿ ਗਏ ਨੇ ਅਸੀਂ ਉੱਥੇ ਉਹਨਾਂ ਸਵਾਲਾਂ ਦੇ ਉੱਤੇ ਵਿਚਾਰ ਦੇਣ ਦੇ ਯਤਨ ਕਰਾਂਗੇ। ਇਹ 2 ਸਵਾਲ ਨੇ ਜੀ, ਇਕੱਠੇ ਮੈਂ ਇੱਥੇ ਕਰ ਦਿੰਦਾ ਹਾਂ। ਇੱਕ ਤਾਂ ਇਹ ਹੈ ਕਿ ਬੀਬੀਆਂ ਨੂੰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨ ਦੀ ਸੇਵਾ ਕਿਉਂ ਨਹੀਂ ਦਿੱਤੀ ਜਾਂਦੀ। ਔਰ ਨਾਲ ਇੱਕ ਭੈਣ ਜੀ ਹੋਰ ਸਵਾਲ ਉਹਨਾਂ ਨੇ ਭੇਜਿਆ ਕਿ ਆਨੰਦ ਕਾਰਜ ਦੇ ਸਮੇਂ ਕੀ ਜਿਹੜੀ ਭੈਣ ਹੈ ਉਹਦਾ ਘੁੰਡ ਕੱਢਣਾ ਜ਼ਰੂਰੀ ਹੈ, ਉਸ ਤੋਂ ਬਿਨਾਂ ਵੀ ਅਸੀਂ ਪਰਿਕਰਮਾ ਕਰ ਸਕਦੇ ਹਾਂ, ਆਨੰਦ ਕਾਰਜ ਹੋ ਸਕਦਾ ਹੈ ਜੀ। ਇਹ ਤਾਂ ਬਈ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੀ ਮੁਸ਼ਕਲ ਹੈ। ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਵੱਲੋਂ ਕੋਈ ਮਰਿਆਦਾ ਇਸ ਤਰ੍ਹਾਂ ਦੀ ਨਹੀਂ ਹੈ। ਪ੍ਰਬੰਧਕਾਂ ਦੀ ਕੋਈ ਸਥਾਨਕ ਮੁਸ਼ਕਲ ਹੋ ਸਕਦੀ ਹੈ। ਉਹਨਾਂ ਨੇ ਆਪਣੇ ਪ੍ਰਬੰਧ ਨੂੰ ਜਿਵੇਂ ਚਲਾਇਆ ਹੋਇਆ ਹੈ ਉਹ ਚਲਾ ਰਹੇ ਨੇ। ਔਰ ਪਿਛਲੇ ਸਮੇਂ ਦੇ ਅੰਦਰ ਬੀਬੀਆਂ ਵੱਲੋਂ ਇਹ ਯਤਨ ਵੀ ਕੀਤਾ ਗਿਆ ਔਰ ਇੱਕ ਵੱਡਾ ਉਭਾਰ ਵੀ ਆਇਆ ਕਿ ਇਹਦੇ 'ਤੇ ਕੋਈ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਲੇਕਿਨ ਲੰਬਾ ਸਮਾਂ ਉਹ ਵਿਚਾਰ ਚਰਚਾ ਨਹੀਂ ਚੱਲ ਸਕੀ। ਔਰ ਬਾਕੀਆਂ ਥਾਵਾਂ 'ਤੇ ਜਿਵੇਂ ਦਰਬਾਰ ਸਾਹਿਬ ਤੁਸੀਂ ਤਰਨਤਾਰਨ ਚਲੇ ਜਾਓ, ਉਹ ਵੀ ਗੁਰੂ ਅਰਜਨ ਸਾਹਿਬ ਜੀ ਨੇ ਆਪ ਹੀ ਬਣਵਾਇਆ ਸੀ ਤਰਨਤਾਰਨ, ਤਾਂ ਉੱਥੇ ਬੀਬੀਆਂ ਕੀਰਤਨ ਬਕਾਇਦਾ ਕਰ ਸਕਦੀਆਂ ਨੇ, ਉੱਥੇ ਕੋਈ ਪਾਬੰਦੀ ਨਹੀਂ ਹੈ। ਸਿਰਫ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੀ ਇਹ ਪਾਬੰਦੀ ਹੈ
ਇਹ ਪ੍ਰਬੰਧਕਾਂ ਦੀ ਉਹਨਾਂ ਦੀ ਆਪਣੀ ਮਰਜ਼ਾਦਾ ਦੀ ਕੋਈ ਮੁਸ਼ਕਲ ਹੋ ਸਕਦੀ ਹੈ। ਸੋ ਉਹਦੇ ਤੇ ਉਹ ਪ੍ਰਬੰਧਕ ਜਾਣਨ ਜਾਂ ਥੋੜ੍ਹਾ ਜਿਹਾ ਪੰਥ ਨੂੰ ਸੁਚੇਤ ਹੋ ਕੇ ਇਹਦੇ 'ਤੇ ਵਿਚਾਰ ਚਰਚਾ ਕਰ ਲੈਣੀ ਚਾਹੀਦੀ ਹੈ। ਵੈਸੇ ਬੀਬੀਆਂ ਉੱਥੇ ਕੀਰਤਨ ਕਰ ਸਕਦੀਆਂ, ਗੁਰੂ ਸਾਹਿਬ ਵੱਲੋਂ ਜਾਂ ਮਰਜ਼ਾਦਾ ਦੇ ਵਿੱਚ ਇਸ ਤਰ੍ਹਾਂ ਦੀ ਕਿਤੇ ਕੋਈ ਪਾਬੰਦੀ ਨਹੀਂ ਹੈ। ਦੂਸਰਾ ਸਵਾਲ ਹੈ ਜਿਹੜਾ ਸਾਡੇ ਸਾਹਮਣੇ ਆਇਆ ਹੈ ਕਿ ਅਸੀਂ ਸਤਿਗੁਰੂ ਦੇ ਪਿਆਰਿਓ ਜਦੋਂ ਬਾਣੀ ਪੜ੍ਹਦੇ ਹਾਂ, ਵਿਚਾਰਦੇ ਹਾਂ, ਤਾਂ ਸਾਨੂੰ ਵੈਸੇ ਜੇ ਧਿਆਨ ਨਾਲ ਬਾਣੀ ਪੜ੍ਹੀਏ, ਬਾਣੀ ਵਿਚਾਰੀਏ, ਤਾਂ ਸਾਨੂੰ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਆਪਣੇ ਆਪ ਹੀ ਬਾਣੀ ਕੱਢ ਲੈਂਦੀ ਹੈ। ਬਾਣੀ ਸਾਡੇ ਭਰਮ ਭੁਲੇਖੇ ਰਹਿਣ ਨਹੀਂ ਦਿੰਦੀ, ਬਾਣੀ ਸਾਡੇ ਸਵਾਲਾਂ ਦੇ ਦਿੰਦੀ ਆ। ਔਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜੋ ਬਾਣੀ ਕਹਿੰਦੀ ਆ ਉਹਨੂੰ ਸਹਿਜ ਵਿਚਾਰਦੇ ਆ ਆਪਣੇ ਜੀਵਨ ਦੇ ਵਿੱਚ ਢਾਲਦੇ ਜਾਈਏ ਔਰ ਅੱਗੇ ਤੋਂ ਅੱਗੇ ਪ੍ਰਚਾਰਦੇ ਜਾਈਏ। ਇੱਥੇ ਮੈਂ ਇਹ ਵੀ ਬੇਨਤੀ ਕਰਨੀ ਚਾਹਾਂਗਾ ਕਿ ਸਿੱਖ ਰਹਿਤ ਮਰਜ਼ਾਦਾ ਜਿਹੜੀ ਹੈ ਉਹਨੂੰ ਸਾਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ, ਆਪਣੇ ਘਰਾਂ 'ਚ ਰੱਖਣਾ ਚਾਹੀਦਾ ਹੈ। ਸਿੱਖ ਰਹਿਤ ਮਰਜ਼ਾਦਾ ਸਾਡਾ ਅਹਿਮ ਦਸਤਾਵੇਜ਼ ਹੈ ਔਰ ਸਿੱਖ ਰਹਿਤ ਮਰਜ਼ਾਦਾ ਤੋਂ ਬਿਨਾਂ ਸਾਡੇ ਘਰਾਂ ਦੇ ਕਾਰਜ ਜਿਹੜੇ ਆ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਿਲਜੁਲ ਅਨਮਤੀ ਗੱਲਾਂ ਆ ਸਕਦੀਆਂ ਨੇ। ਪਰ ਸਿੱਖ ਰਹਿਤ ਮਰਜ਼ਾਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਪੰਥ ਨੇ ਤਿਆਰ ਕੀਤੀ, ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੈ, ਉਹ ਮਰਜ਼ਾਦਾ ਸਾਨੂੰ ਆਪਣੇ ਘਰਾਂ 'ਚ ਜ਼ਰੂਰ ਰੱਖਣੀ ਚਾਹੀਦੀ ਔਰ ਪੜ੍ਹਨੀ ਚਾਹੀਦੀ ਹੈ। ਅਫਸੋਸ ਵਾਲੀ ਗੱਲ ਇਹ ਹੈ ਕਿ ਜਦੋਂ ਹੁਣ ਕਿਉਂਕਿ ਸਾਨੂੰ ਹਰ ਇੱਕ ਥਾਂ 'ਤੇ ਵਿਚਰਨ ਦਾ ਮੌਕਾ ਮਿਲਦਾ, ਅਫਸੋਸ ਦੀ ਬਾਤ ਇਹ ਹੈ ਕਿ ਸਾਡੇ ਬਹੁਤਿਆਂ ਥਾਵਾਂ 'ਤੇ ਪ੍ਰਬੰਧਕ ਵੀਰਾਂ ਔਰ ਕਈਆਂ ਥਾਵਾਂ 'ਤੇ ਗ੍ਰੰਥੀ ਸਿੰਘਾਂ ਨੇ ਵੀ ਮਰਜ਼ਾਦਾ ਅਜੇ ਤੱਕ ਦੇਖੀ ਤੱਕ ਨਹੀਂ, ਪੜ੍ਹਨੀ ਤੇ ਦੂਰ ਦੀ ਗੱਲ, ਦੇਖੀ ਤੱਕ ਨਹੀਂ। ਔਰ ਸਾਨੂੰ ਥੋੜ੍ਹਾ ਜਿਹਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਵੀ ਜੋ ਬਾਣੀ ਕਹਿੰਦੀ ਹੈ, ਜੋ ਮਰਜ਼ਾਦਾ ਕਹਿੰਦੀ, ਉਸ ਤੋਂ ਉਲਟ ਅਸੀਂ ਨਾ ਜਾਈਏ। ਸੋ ਗੁਰੂ ਸਵਾਰਿਓ, ਸਤਿਗੁਰੂ ਕਿਰਪਾ ਕਰਨ ਕਿ ਅਸੀਂ ਆਪਣੇ ਧਰਮ ਦੀ ਮਰਜ਼ਾਦਾ ਔਰ ਗੁਰੂ ਸਾਹਿਬ ਦੇ ਉਪਦੇਸ਼ ਦੇ ਖਰੇ ਉਤਰਨ ਵਾਲੇ ਬਣ ਜਾਈਏ, ਤਾਂ ਕਿ ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਰਹੀਏ। ਔਰ ਆਸ ਕਰਦੇ ਹਾਂ ਕਿ ਜਿਵੇਂ ਤੁਸੀਂ ਲੱਗੇ ਹੋਏ ਹੋ, ਜਿਵੇਂ ਇਹ ਵੀਰ ਮਿਹਨਤ ਕਰ ਰਹੇ ਨੇ, ਤੁਸੀਂ ਆਪਣੇ ਧਰਮ ਦੇ ਬਾਰੇ ਜਾਗਰੂਕ ਹੋਣ ਦਾ ਯਤਨ ਕਰ ਰਹੇ ਹੋ, ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਲੱਗੇ ਰਹੋਗੇ ਔਰ ਆਪਣੇ ਮਨਾਂ ਦੇ ਤੌਖਲੇ ਭਰਮ ਭੁਲੇਖੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੌਸ਼ਨੀ ਵਿੱਚ ਇਹਨਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਰਹੋਗੇ। ਬਾਹਰ ਅਸੀਂ ਵਾਰ-ਵਾਰ ਬੇਨਤੀ ਕੀਤੀ ਹੈ, ਗੁਰਮਤਿ ਦਾ ਸਟਾਲ ਵੀ ਰੱਖਿਆ ਹੋਇਆ ਹੈ, ਨਾਲ ਜਿਹੜਾ ਮੰਥਲੀ ਮੈਗਜ਼ੀਨ ਕਾਲਜ ਵੱਲੋਂ ਹੈ ਉਹਦੇ ਵਾਸਤੇ ਵੀ ਬੇਨਤੀ ਕੀਤੀ ਜਾ ਰਹੀ ਹੈ। ਤੁਸੀਂ ਉਸ ਸਟਾਲ ਦੇ ਉੱਤੇ ਵੀ ਹਾਜ਼ਰੀ ਲਵਾ ਕੇ ਜਾਣਾ ਜੀ। ਅੱਜ ਸ਼ਾਮ ਦਾ 21 ਤਰੀਕ ਦਾ ਜਿਹੜਾ ਦੀਵਾਨ ਹੈ 7 ਵਜੇ ਤੋਂ 10 ਵਜੇ ਤੱਕ ਹੈ ਜੀ। ਗੁਰਦੁਆਰਾ ਸਿੰਘ ਸਭਾ, ਪਿੰਡ ਨਗੀਨਪੁਰਾ, ਹਫੂਤਰਾਲ। ਆਪ ਜੀ ਨੇ ਸਮਾਂ ਨੋਟ ਕਰ ਲੈਣਾ ਜੀ, 7 ਤੋਂ 10, ਪਿੰਡ ਨਗੀਨਪੁਰਾ, ਹਫੂਤਰਾਲ। ਇਹ ਅੱਜ ਸ਼ਾਮ ਦਾ ਦੀਵਾਨ ਹੈ। ਕੱਲ ਸਵੇਰ ਦਾ ਦੀਵਾਨ 22 ਤਰੀਕ ਦਾ 7 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸਿੰਘ ਸਭਾ, ਪਿੰਡ ਸ਼ਤਰੂਗਾਮ, ਤਰਾਲ। ਆਪ ਜੀ ਨੇ ਨੋਟ ਕਰ ਲੈਣਾ ਜੀ। ਸਮਾਂ 7 ਤੋਂ 10, ਕੱਲ ਦਾ ਸਵੇਰ ਦਾ ਦੀਵਾਨ, ਪਿੰਡ ਸ਼ਤਰੂਗਾਮ, ਤਰਾਲ। ਤੋ ਇਹ ਕੱਲ ਦਾ ਸਵੇਰ ਦਾ ਦੀਵਾਨ ਸੀ ਔਰ 23 ਤਰੀਕ ਤੱਕ ਦੀਵਾਨ ਜਿਹੜੇ ਸਵੇਰ ਤੱਕ ਆ ਉਹ ਇਸੇ ਤਰ੍ਹਾਂ ਜਿਹੜੇ ਆ ਉਹ ਰਹਿਣਗੇ। ਔਰ 23 ਤਰੀਕ ਸ਼ਾਮ ਦਾ ਦੀਵਾਨ ਜਿਹੜਾ ਆਖਰੀ ਹੈ ਉਹ ਗੁਰਦੁਆਰਾ ਸਿੰਘ ਸਭਾ, ਛੱਤੀ ਸਿੰਘਪੁਰਾ ਇੱਥੇ ਹੈ ਜੀ, ਉਹ ਵੀ 7 ਤੋਂ 10 ਹੈ 23 ਤਰੀਕ ਸ਼ਾਮ ਦਾ। ਔਰ 23 ਤਰੀਕ ਸ਼ਾਮ ਦਾ ਇਹ ਆਖਰੀ ਦੀਵਾਨ ਹੈ ਇਸ ਧਰਤੀ ਦਾ। ਸਤਿਗੁਰੂ ਕਿਰਪਾ ਕਰਨ ਜੀ, ਰਹਿਮਤ ਕਰਨ। ਆਸ ਕਰਦੇ ਹਾਂ ਕਿ ਅਸੀਂ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਇਸੇ ਤਰ੍ਹਾਂ ਜੁੜੇ ਰਹਾਂਗੇ। ਸਰਬੱਤ ਸੰਗਤ ਦਾ, ਪ੍ਰਬੰਧਕ ਵੀਰਾਂ ਦਾ ਔਰ ਭਾਈ ਸਾਹਿਬ ਜੀ ਦਾ, ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਜਿੰਨਾ ਸਮਾਂ ਮਿਥਿਆ ਗਿਆ ਉਸ ਸਮੇਂ ਦੇ ਦੌਰਾਨ ਆਪ ਜੀ ਨਾਲ ਵਿਚਾਰ ਕਰਨ ਦੀ ਖੇਚਲ ਕੀਤੀ ਹੈ। ਆਸ ਕਰਦੇ ਹਾਂ ਕਿ ਅਸੀਂ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਇਸੇ ਤਰ੍ਹਾਂ ਪਿਆਰ ਬਣਾਵਾਂਗੇ। ਸਾਡੀਆਂ ਭੁੱਲਾਂ ਨਾ ਚਿਤਾਰਦੇ ਹੋਏ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਉਹ ਸਾਡੀ ਨਹੀਂ, ਸਤਿਗੁਰੂ ਜੀ ਦੀ ਜਾਣ ਕੇ ਆਪਣੇ ਪੱਲੇ ਬੰਨਣ ਦਾ ਯਤਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।